ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸੋ ਬਜਟ 2023 ਨੂੰ ਲੈ ਕੇ ਕਾਫੀ ਕੁਝ ਕਿਆਸ ਲਾਏ ਜਾ ਰਹੇ ਨੇ। ਇਸ ਸਾਲ ਦਾ ਬਜਟ ਕ੍ਰੂਸ਼ੀਅਲ ਕਿਉਂ ਹੈ? ਪਹਿਲਾਂ ਪੇਸ਼ ਹੋਏ ਬਜਟ ਤੋਂ ਕਿਵੇਂ ਵੱਖ ਹੈ ਜੀ? ਕੀ ਵਿਸ਼ੇਸ਼ਤਾ ਇਸ ਸਾਲ ਦੇ ਬਜਟ ਦੀ? ਦੇਸ਼ ਦੇ ਬੁਨਿਆਦੀ ਮੁੱਦੇ ਕਿਹੜੇ ਨੇ ਤੇ ਸਰਕਾਰ ਉਹਨਾਂ ਨਾਲ ਨਜਿੱਠਣ ਲਈ ਕੀ ਕੁਝ ਕਰ ਰਹੀ ਹੈ ਤੇ ਕੀ ਕੁਝ ਕਰਨਾ ਚਾਹੀਦਾ ਹੈ? ਇਹਨਾਂ ਮੁੱਦਿਆਂ ਬਾਰੇ ਗੱਲ ਕਰਾਂਗੇ ਜੀ। ਸਾਡੇ ਨਾਲ ਮੌਜੂਦ ਨੇ ਅੱਜ ਐਕਸਪਰਟ ਤੇ ਪ੍ਰੋਫੈਸਰ ਰਾਜੀਵ ਖੋਸਲਾ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਰ, ਜਿਵੇਂ ਮੈਂ ਸ਼ੁਰੂਆਤ ਕੀਤੀ ਤੇ ਜਿਵੇਂ ਅਸੀਂ ਡਿਸਕਸ ਕਰ ਰਹੇ ਸੀਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਹੈ ਕਿ ਇਸ ਸਾਲ ਦਾ ਜਿਹੜਾ ਬਜਟ ਹੈ ਕਾਫੀ ਕ੍ਰੂਸ਼ੀਅਲ ਹੈ ਤੇ ਪੂਰੀ ਦੁਨੀਆ ਦੀ ਨਜ਼ਰ ਹੈ, ਤੇ ਵਜ੍ਹਾ ਕੀ ਹੈ ਸਰ? ਦੇਖੋ ਜੀ, ਇਹਦੀਆਂ ਦੋ ਤਿੰਨ ਵਜ੍ਹਾ ਹੈਗੀਆਂ ਨੇ। ਜਿਹੜਾ ਪ੍ਰਧਾਨ ਮੰਤਰੀ ਜੀ ਨੇ ਆਪਣੀ ਜਿਹੜੀ ਗੱਲ ਕਹੀ ਹੈ ਬਜਟ ਨੂੰ ਲੈ ਕੇ, ਪਹਿਲੀ ਚੀਜ਼ ਤਾਂ ਇਹ ਹੈ ਕਿ ਜੇ ਆਪਾਂ ਪਿਛਲੇ 3 ਸਾਲਾਂ ਦੇ ਬਜਟ ਨੂੰ ਦੇਖਦੇ ਹਾਂ, ਕਰੋਨਾ ਤੋਂ ਬਾਅਦ ਦੇ 2020 ਦਾ ਬਜਟ ਜਿਹੜਾ ਸੀ ਉਹ ਆਲਮੋਸਟ ਵਾਸ਼ ਹੋ ਗਿਆ, ਕਿਉਂਕਿ ਕਰੋਨਾ ਦੀ ਲਗਾਤਾਰ ਵੇਵਜ਼ ਆਈਆਂ। 2021 ਦੇ ਵਿੱਚ ਕਿਉਂਕਿ 20.97 ਲੱਖ ਕਰੋੜ ਦਾ ਪੈਕੇਜ ਉਹਦੀ ਘੋਸ਼ਣਾ ਹੋਈ ਸੀ ਤੇ ਇਹਦੇ ਕਰਕੇ ਉਹ ਬਜਟ ਦੀਆਂ ਫਿਗਰਸ ਅਪਸੈਟ ਹੋ ਗਈਆਂ। ਉਸ ਤੋਂ ਅਗਲਾ ਸਾਲ ਦਾ ਜਿਹੜਾ ਬਜਟ ਆਇਆ 21-22 ਵਾਲਾ, ਉਹ ਵੀ ਉਸੇ ਲੀਗ ਦੇ ਉੱਤੇ ਚੱਲਦਾ ਰਿਹਾ, ਕਿਉਂਕਿ ਸਾਡਾ ਅਰਥਚਾਰਾ ਉਹ ਲੀਹਾਂ ਤੋਂ ਉਤਰਿਆ ਹੋਇਆ ਸੀ। ਤਾਂ ਅਲਟੀਮੇਟਲੀ ਉਸ ਤੋਂ ਬਾਅਦ ਜਦੋਂ ਬਜਟ ਪੇਸ਼ ਹੋਇਆ 1 ਫਰਵਰੀ ਨੂੰ, 24 ਫਰਵਰੀ ਨੂੰ ਰੂਸ ਤੇ ਯੂਕਰੇਨ ਦੀ ਜੰਗ ਛਿੜ ਗਈ। ਤਾਂ ਉਹ ਵਾਲੇ ਬਜਟ ਜਿਹੜੇ ਸੀਗੇ, ਜਿਹੜੇ ਪਹਿਲਾਂ ਕਰੋਨਾ ਦੇ ਕਰਕੇ, ਕਰੋਨਾ ਦੀ ਮਾਰ ਦੇ ਕਰਕੇ ਲੀਹਾਂ ਤੋਂ ਉਤਰੇ ਹੋਏ ਸਨ, ਉਸ ਤੋਂ ਬਾਅਦ ਵਾਲਾ ਬਜਟ ਜਿਹੜਾ ਉਹਦੀਆਂ ਫਿਗਰਸ ਵੀ ਕਿਤੇ ਨਾ ਕਿਤੇ ਦੇ ਵੈਂਟ ਹੇਵਾਇਰ। ਤਾਂ ਹੁਣ ਜਿਹੜਾ ਬਜਟ ਹੈ ਇਹ ਇਸ ਕਰਕੇ ਖਾਸ ਹੋ ਜਾਂਦਾ ਹੈ। ਪਹਿਲੀ ਚੀਜ਼ ਤਾਂ ਵੀ ਕਰੋਨਾ ਹੁਣ ਤਕਰੀਬਨ ਉਹਦੇ ਤੋਂ ਅਸੀਂ ਲੱਗਦਾ ਵੀ ਛੁਟਕਾਰਾ ਪਾ ਲਿਆ। ਬਹੁਤ ਘੱਟ ਕੇਸ ਨੇ ਜਾਂ ਕਿਸੇ ਦਿਨ ਤਾਂ ਕੋਈ ਵੀ ਕੇਸ ਨਹੀਂ ਆਉਂਦਾ। ਤਾਂ ਇਹ ਪੂਰਾ ਬਜਟ ਜਿਹੜਾ ਹੈ ਉਹ ਪੇਸ਼ ਹੋਣ ਜਾ ਰਿਹਾ। ਦੂਸਰੀ ਚੀਜ਼ ਹੈ ਵੀ ਇਹ ਮੌਜੂਦਾ ਸਰਕਾਰ ਦਾ ਇਹ ਆਖਰੀ ਬਜਟ ਹੋਏਗਾ। ਇਸ ਤੋਂ ਬਾਅਦ ਜਿਹੜਾ ਬਜਟ ਆਉਣਾ ਅਗਲੇ ਸਾਲ 2024 ਦੇ ਵਿੱਚ, ਉਹ ਵੋਟ ਔਨ ਅਕਾਊਂਟ ਹੋਏਗਾ। ਤਾਂ ਇਸ ਕਰਕੇ ਇਹ ਜਿਹੜਾ ਬਜਟ ਹੈ ਇਹਦੇ ਉੱਤੇ ਖਾਸਾ ਦਾਰੋਮਦਾਰ ਹੈ। ਇਹ ਬਜਟ ਜਿਹੜਾ ਸਰਕਾਰ ਆਪਣੇ ਵੱਲੋਂ ਕੋਸ਼ਿਸ਼ ਕਰੇਗੀ ਜਿੰਨਾ ਵਧੀਆ ਤੋਂ ਵਧੀਆ ਬਜਟ ਪੇਸ਼ ਕਰ ਸਕਦੀ ਹੈ ਇਲੈਕਸ਼ਨਾਂ ਤੋਂ ਪਹਿਲਾਂ, ਉਹ ਬਜਟ ਪੇਸ਼ ਕਰੇ। ਔਰ ਜਿਹੜੇ ਹਾਲਾਤ ਨੇ ਉਹਨਾਂ ਦੇ ਮੱਦੇ ਨਜ਼ਰ ਵੀ ਇਹ ਬਜਟ ਜਿਹੜਾ ਹੈ ਕਿ ਕਿਸ ਤਰੀਕੇ ਦੇ ਨਾਲ ਅਰਥਚਾਰੇ ਨੂੰ ਠੀਕ ਗਰੋਥ ਦੇ ਰਾਹ ਤੇ ਪਾਉਣਾ, ਉਹ ਇਹ ਬਜਟ ਦੇ ਵਿੱਚ ਕੋਸ਼ਿਸ਼ ਹੋਏਗੀ। ਸਰ, ਜਿਵੇਂ ਤੁਸੀਂ ਗੱਲ ਕੀਤੀ ਕਿ ਇਲੈਕਸ਼ਨਸ ਆਉਣ ਵਾਲੇ ਆ ਤੇ ਬਜਟ ਨੋ ਡਾਊਟ ਵਧੀਆ ਹੋਣਾ ਚਾਹੀਦਾ, ਤੇ ਇਹੀ ਯੂਨੀਅਨ ਮਿਨਿਸਟਰ ਦਾ ਕਹਿਣਾ ਹੈ ਕਿ ਇਲੈਕਸ਼ਨ ਜਿਹੜੇ ਨੇ ਉਹ ਆਉਂਦੇ ਜਾਂਦੇ ਰਹਿੰਦੇ ਨੇ, ਪਰ ਇਸ ਸਾਲ ਦਾ ਜਿਹੜਾ ਬਜਟ ਹੈ ਫੋਕਸ ਕਰੇਗਾ, ਇੰਪਰੂਵ ਕਰੇ ਇਕਨੋਮਿਕ ਕੰਡੀਸ਼ਨ ਹੈ ਜਿਹੜੀ ਲੋਕਾਂ ਦੀ। ਸੋ ਕੀ ਕੁਝ ਆਮ ਲੋਕਾਂ ਲਈ ਉਮੀਦਾਂ ਹੋ ਸਕਦੀਆਂ ਨੇ? ਆਮ ਲੋਕਾਂ ਨੂੰ ਲੈ ਕੇ ਦੇਖੋ ਜੀ, ਬਜਟ ਆਮ ਤੌਰ ਤੇ ਜਿੰਨੇ ਵੀ ਪੁਰਾਣੇ ਬਜਟ ਅਸੀਂ ਦੇਖਿਆ ਵੀ ਉਹਨਾਂ ਦੇ ਵਿੱਚ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਨੇ। ਇਹ ਵੀ ਬਜਟ ਉਸ ਡਾਇਰੈਕਸ਼ਨ ਦੇ ਵਿੱਚ ਜਾਏਗਾ। ਪਹਿਲੀ ਜਿਹੜੀ ਚੀਜ਼ ਹੈ ਵੀ ਸਰਕਾਰ ਜਿਹੜਾ ਹੋ ਸਕਦਾ ਵੀ ਉਜਵਲਾ ਯੋਜਨਾ ਦੇ ਵਿੱਚ ਉੱਥੇ ਕਿਤੇ ਨਾ ਕਿਤੇ ਕੋਈ ਰਾਹਤ ਦੇਣ ਦੀ ਕੋਸ਼ਿਸ਼ ਕਰੇ, ਕਿਉਂਕਿ ਮੈਂ ਕੱਲ੍ਹ ਦੀਆਂ ਫਿਗਰਸ ਦੇਖ ਰਿਹਾ ਸੀ, ਕੱਲ੍ਹ ਦੇ ਕੁਛ ਅਖਬਾਰਾਂ ਦੇ ਵਿੱਚ ਸੀਗਾ ਵੀ ਨੈਚੁਰਲ ਗੈਸ ਜਿਹੜੀ ਹੈ ਉਹਦੇ ਰੇਟ ਗਿਰ ਗਏ ਨੇ ਜੀ, ਜੋ ਕਿ ਕਦੇ $9 MMBTU ਜਿਹੜੇ ਉਹਦੇ ਯੂਨਿਟਸ ਨੇ ਉੱਥੇ ਪਹੁੰਚ ਗਏ ਸੀ। ਹੁਣ ਇੰਟਰਨੈਸ਼ਨਲ ਮਾਰਕੀਟ 'ਚੋਂ 2.61 $2 MMBTU ਤੇ ਪਹੁੰਚ ਗਏ, ਪਰ ਯੂਨਿਟ ਪਹੁੰਚ ਗਏ। ਤਾਂ ਇਹਦਾ ਮਤਲਬ ਹੈ ਵੀ ਪਾਈਪ ਨੈਚੁਰਲ ਗੈਸ ਉਸ ਪਾਸੇ ਕਿਤੇ ਨਾ ਕਿਤੇ ਸਰਕਾਰ ਦੇਖ ਸਕਦੀ ਹੈ। ਹਾਲਾਂਕਿ ਜਦੋਂ ਬਜਟ ਬਣਿਆ ਸੀ, ਇਹ ਸਾਨੂੰ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਹੈ ਵੀ ਜਦੋਂ ਬਜਟ ਬਣਿਆ ਸੀ ਉਸ ਵੇਲੇ ਫਿਗਰਸ ਕੁਛ ਹੋਰ ਸਨ, ਲੇਕਿਨ ਸਰਕਾਰ ਇਹ ਡਿਵੈਲਪਮੈਂਟ ਨੂੰ ਦੇਖਦੇ ਹੋਏ, ਕਿਉਂਕਿ ਹੌਲੀ ਲਗਾਤਾਰ ਪਿਛਲੇ 3-4 ਮਹੀਨਿਆਂ ਦੇ ਵਿੱਚ ਰੇਟ ਗਿਰਿਆ, ਤਾਂ ਹੋ ਸਕਦਾ ਉਜਵਲਾ ਦੇ ਵਿੱਚ ਸਰਕਾਰ ਕੋਈ ਹੈਲਪ ਦੇ ਦੇਵੇ। ਦੂਜੀ ਜਿਹੜੀ ਗੱਲ ਲੱਗਦੀ ਹੈ ਵੀ ਆਮ ਜਨਤਾ, ਮਿਡਲ ਕਲਾਸ ਦੇ ਲਈ ਕੋਈ ਨਾ ਕੋਈ ਰਾਹਤ ਆਉਣੀ ਚਾਹੀਦੀ ਹੈ, ਉਹ ਇਸ ਕਰਕੇ ਪਿਛਲੇ 10 ਸਾਲਾਂ ਦੇ ਵਿੱਚ ਸਰਕਾਰ ਵੱਲੋਂ ਕਿਸੇ ਤਰੀਕੇ ਦੇ ਨਾਲ ਟੈਕਸਿਸ ਦੇ ਵਿੱਚ ਕੋਈ ਖਾਸ ਛੋਟ ਨਹੀਂ ਦਿੱਤੀ ਗਈ ਜੀ। ਇਸ ਸਰਕਾਰ ਵੱਲੋਂ ਪਿਛਲੇ 10 ਸਾਲ ਦੇ ਵਿੱਚ ਟੈਕਸ ਸਲੈਬਸ ਨੂੰ ਲੈ ਕੇ ਕੋਈ ਬਹੁਤ ਵੱਡੀਆਂ ਚੇਂਜਸ ਨਹੀਂ ਕੀਤੀਆਂ ਗਈਆਂ। ਤਾਂ ਹੋ ਸਕਦਾ ਵੀ ਉਸ ਪੱਖ ਦੇ ਉੱਤੇ ਵੀ ਕਿਸਾਨਾਂ ਨੂੰ ਖੁਸ਼ ਕਰਨ ਦੇ ਲਈ ਪੋਸੀਬਿਲਿਟੀ ਬਣ ਰਹੀ ਹੈ ਕਿ ਜਿਹੜੀ ਕਿਸਾਨ ਸਨਮਾਨ ਨਿਧੀ ਹੈ, PM ਕਿਸਾਨ ਜਿਹੜੀ ਯੋਜਨਾ ਹੈ, ਉਹਦੇ ਵਿੱਚ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਹੁਣ 6,000 ਰੁਪਈਆ ਮਿਲਦਾ 3 ਵਾਰੀਆਂ 2-2 ਹਜ਼ਾਰ ਕਰਕੇ,
ਉਹ ਹੋ ਸਕਦਾ 8000 ਚਲੇ ਜਾਏ। ਇਸੇ ਤਰੀਕੇ ਦੇ ਨਾਲ ਜਿਹੜੀ PLI ਸਕੀਮ ਹੈ ਮੈਨੂਫੈਕਚਰਿੰਗ ਸੈਕਟਰ ਦੇ ਲਈ, ਉਹਦੇ ਵਿੱਚ ਉਹਦਾ ਸਪੈਨ ਜਿਹੜਾ ਵਧਾ ਦਿੱਤਾ ਜਾਏ, ਉਹਦੇ 'ਚ 14 ਇੱਦਾਂ ਦੇ ਖੇਤਰ ਨੇ ਜਿਹੜੇ ਲਿੱਤੇ ਜਾਂਦੇ, ਹੋ ਸਕਦਾ ਹੋਰ ਉਹਨੂੰ ਵਧਾ ਦਿੱਤਾ ਜਾਏ। ਸਟਾਰਟਅਪਸ ਨੂੰ ਜ਼ਰੂਰ ਹੁੰਗਾਰਾ ਮਿਲੇਗਾ। ਤਾਂ ਵਿੱਤ ਮੰਤਰੀ ਹਰ ਚੀਜ਼ ਦੇ ਵਿੱਚ, ਕਿਉਂਕਿ ਆਖਰੀ ਬਜਟ ਜਿੱਦਾਂ ਆਪਾਂ ਚਰਚਾ ਕਰ ਰਹੇ ਹਾਂ, ਆਖਰੀ ਬਜਟ ਹੈ, ਤਾਂ ਵਿੱਤ ਮੰਤਰੀ ਹਰ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨਗੇ। ਸਰ, ਜਿਹੜੀ ਇਹ ਪ੍ਰਕਿਰਿਆ ਹੈ ਬਜਟ ਬਣਾਉਣ ਦੀ, ਮੇਰੇ ਖਿਆਲ ਅਕਤੂਬਰ-ਨਵੰਬਰ ਦੇ ਵਿੱਚ ਇਹਦੀ ਸ਼ੁਰੂਆਤ ਹੋ ਜਾਂਦੀ ਹੈ। ਸੋ ਉਸ ਵਕਤ ਦਾ ਜਿਹੜਾ ਘਟਨਾਕ੍ਰਮ ਹੈ, ਜਿਹੜੇ ਸੀਰੀਜ਼ ਆਫ ਇਵੈਂਟਸ ਨੇ, ਉਹ ਇੰਪੈਕਟ ਕਰਨਗੇ ਬਜਟ? ਬਿਲਕੁਲ ਕਰਦੇ हैं जी, ਤੁਹਾਡਾ ਬਹੁਤ ਵਾਜਬ ਸਵਾਲ ਹੈ। ਉਸ ਵੇਲੇ ਜਿਹੜੇ ਘਟਨਾਕ੍ਰਮ ਸੀ, ਕਿਉਂਕਿ ਬਜਟ ਨੂੰ ਕਿਤੇ ਨਾ ਕਿਤੇ ਤਾਂ ਥੰਮ ਲਾਉਣਾ ਹੈ ਨਾ ਜੀ। ਬਜਟ ਇੱਕ ਡਾਕੂਮੈਂਟ ਹੈ, ਉਹ ਡਾਕੂਮੈਂਟ ਕਿਤੇ ਤਾਂ ਪੂਰਾ ਬਣੇਗਾ ਨਾ ਜੀ। ਉਹਨੂੰ ਬਣ ਕੇ ਫਿਰ ਉਹਨੂੰ ਪੇਸ਼ ਕਰਨਾ, ਫਿਰ ਉਹਦੇ ਪੂਰਾ ਬਾਈਂਡ ਕਰਨਾ, ਫਿਰ ਉਹਨੂੰ ਪੇਸ਼ ਕਰਨਾ, ਇਟ ਟੇਕਸ ਟਾਈਮ ਜੀ। ਤਾਂ ਬਿਲਕੁਲ ਜਿਹੜੇ ਉਸ ਵੇਲੇ ਦੇ ਘਟਨਾਕ੍ਰਮ ਹੁੰਦੇ ਨੇ, ਉਹਨਾਂ ਦਾ ਜ਼ਰੂਰ ਅਰਥਚਾਰੇ ਦੇ ਉੱਤੇ ਜਿਸ ਤਰੀਕੇ ਦੀ ਵੀ ਡਿਵੈਲਪਮੈਂਟਸ ਹੋਈਆਂ ਨੇ, ਉਹਦਾ ਬਜਟ ਦੇ ਉੱਤੇ ਡੈਫੀਨੇਟਲੀ ਕੋਈ ਨਾ ਕੋਈ ਫਰਕ ਜਿਹੜਾ ਪੈਂਦਾ, ਔਰ ਉਹ ਸਾਨੂੰ ਦੇਖਣ ਨੂੰ ਵੀ ਮਿਲਦਾ। ਔਰ ਉਹਦੇ ਹਿਸਾਬ ਦੇ ਨਾਲ ਹੀ ਵਿੱਤ ਮੰਤਰੀ ਆਪਣੇ ਅੰਕੜੇ ਜਿਹੜੇ ਆ ਉਹਨਾਂ ਦੀ ਚੋਣਾਂ ਕਰਦੇ ਨੇ ਵੀ ਕਿਹੜੇ ਖੇਤਰ ਨੂੰ ਜ਼ਿਆਦਾ ਉਹਨਾਂ ਵੱਲੋਂ ਤਰਜੀਹ ਮਿਲਣੀ ਚਾਹੀਦੀ ਹੈ, ਕਿਹੜੇ ਨੂੰ ਘੱਟ ਮਿਲਣੀ ਚਾਹੀਦੀ ਹੈ। ਸਰ, ਕਿਉਂਕਿ ਤੁਹਾਡੀ ਮਹਾਰਤ ਹੈ ਇਸ ਸਬਜੈਕਟ ਦੇ ਵਿੱਚ, ਅਸੀਂ ਗੱਲ ਕਰ ਰਹੇ ਸੀਗੇ ਜਿਹੜੀ ਵਰਲਡ ਬੈਂਕ ਦੀ ਰਿਪੋਰਟ ਹੈ, ਉਹਦੇ ਵਿੱਚ ਇਹ ਮੈਂਸ਼ਨ ਕੀਤਾ ਗਿਆ ਜਿਹੜੀ ਇੰਟਰਨੈਸ਼ਨਲ ਗਰੋਥ ਹੈ ਉਹਦੇ ਵਿੱਚ ਘਾਟਾ ਹੋਊਗਾ, ਬਟ ਔਨ ਕੰਟਰਡਿਕਸ਼ਨ IMF ਕਹਿੰਦਾ ਹੈ ਕਿ ਵਾਧਾ ਹੋਊਗਾ। ਇਸ ਕੰਟਰਡਿਕਸ਼ਨ ਨੂੰ ਤੁਸੀਂ ਕਿੱਦਾਂ ਜਸਟੀਫਾਈ ਕਰਦੇ ਹੋ ਸਰ? ਦੇਖੋ, ਜਿਹੜੀ ਵਰਲਡ ਬੈਂਕ ਦੀ ਰਿਪੋਰਟ ਆਈ ਹੈ, IMF ਦੀ ਤਾਂ ਹੁਣ ਆਈ ਹੈ, ਪਿਛਲੇ 1-2 ਦਿਨ ਦੇ ਵਿੱਚ ਆਈ ਹੈ। ਜਿਹੜੀ ਵਰਲਡ ਬੈਂਕ ਦੀ ਰਿਪੋਰਟ ਹੈ ਉਹ ਪਹਿਲੋਂ ਆ ਗਈ ਸੀ, ਤਾਂ ਉਮੀਦ ਇਹ ਹੈ ਵੀ ਵਰਲਡ ਬੈਂਕ ਦੀ ਰਿਪੋਰਟ ਨੂੰ ਬੇਸ ਲਿੱਤਾ ਜਾ ਸਕਦਾ। ਪਰ IMF ਦੀ ਤਾਂ ਹੁਣ ਆਈ ਹੈ, ਜਦ ਤੱਕ ਬਜਟ ਪੂਰਾ ਪੇਸ਼ ਹੋ ਰਿਹਾ ਔਰ ਹੁਣ ਦੇ ਬਿਲਕੁਲ ਕਗਾਰ 'ਤੇ ਖੜਾ ਹੈ, ਤਾਂ ਉਹਦੇ 'ਚ ਕੰਟਰਾਡਿਕਸ਼ਨ ਇਹ ਹੈ ਵੀ ਉਹਨਾਂ ਦੋਨਾਂ ਦੀ ਫੰਡਾਮੈਂਟਲ ਡਿਫਰੈਂਸਿਸ ਨੇ। ਜਿਹੜਾ ਵਰਲਡ ਬੈਂਕ ਹੁੰਦਾ, ਜਿਹੜੀ ਵਰਲਡ ਬੈਂਕ ਜਦੋਂ ਵੀ ਆਪਣੇ ਜਿਹੜੇ ਡੇਟਾਜ਼ ਨੇ, ਆਪਣੇ ਜਿਹੜੇ ਅੰਕੜੇ ਨੇ, ਉਹਨਾਂ ਨੂੰ ਬਣਾਉਂਦਾ ਹੈ ਜਾਂ ਪੇਸ਼ ਕਰਦਾ, ਉਹ ਜ਼ਿਆਦਾ ਡਿਵੈਲਪਡ ਇਕੋਨਮੀਜ਼ ਵੱਲ ਨੂੰ ਤਵੱਜੋ ਦਿੰਦਾ ਵੀ ਜਿਹੜੇ ਵਿਕਸਿਤ ਮੁਲਕ ਨੇ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਸਾਹਮਣੇ ਆ ਰਹੇ ਹੈ। ਜਦੋਂ ਕਿ ਜਿਹੜੀ ਇੰਟਰਨੈਸ਼ਨਲ ਮੋਨਿਟਰੀ ਫੰਡ ਹੁੰਦਾ, ਉਹ ਜਿਹੜੀਆਂ ਡਿਵੈਲਪਿੰਗ ਇਕੋਨਮੀਜ਼ ਨੇ, ਉੱਥੇ ਇੰਡੀਆ, ਚਾਈਨਾ, ਸਿੰਗਾਪੁਰ, ਮਲੇਸ਼ੀਆ, ਇਹ ਜਿਹੜੇ ਜਾਪਾਨ, ਇਹ ਮੁਲਕ ਜਿਹੜੇ ਨੇ, ਇਹ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ, ਇੱਥੇ ਦੇ ਅਰਥਚਾਰੇ ਕਿਸ ਤਰੀਕੇ ਦੇ ਨਾਲ ਬਿਹੇਵ ਕਰਨਗੇ, ਤਾਂ ਇਹਨਾਂ 'ਚ ਫੰਡਾਮੈਂਟਲ ਡਿਫਰੈਂਸਿਸ ਤਾਂ ਇਹ ਨੇ। ਲੇਕਿਨ ਜਿੱਥੇ ਤੱਕ ਬਜਟ ਦਾ ਹਿਸਾਬ ਹੈ, ਬਜਟ ਮੈਨੂੰ ਲੱਗਦਾ ਵੀ ਵਰਲਡ ਬੈਂਕ ਦੀ ਰਿਪੋਰਟਾਂ ਤੋਂ ਜ਼ਰੂਰ ਕਿਤੇ ਨਾ ਕਿਤੇ ਅਫੈਕਟ ਹੋਏਗਾ। ਔਰ ਵਰਲਡ ਬੈਂਕ ਦੀ ਰਿਪੋਰਟ ਨੇ ਹੀ ਇਹ ਗੱਲ ਕਹੀ ਹੈ ਕਿ ਅਗਲਾ ਸਾਲ ਜਿਹੜਾ ਹੈ ਕੋਈ ਬਹੁਤ ਜ਼ਿਆਦਾ ਸੁਖਾਵਾਂ ਨਹੀਂ ਹੋਣ ਵਾਲਾ। ਜੇ ਸੁਖਾਵਾਂ ਨਹੀਂ ਹੁੰਦਾ ਅਗਲਾ ਸਾਲ, ਤਾਂ ਇਹਦਾ ਮਤਲਬ ਹੈ ਵੀ ਹਿੰਦੁਸਤਾਨ ਦੇ ਉੱਤੇ ਦਾ ਸਿੱਧੇ ਜਾਂ ਅਸਿੱਧੇ ਤੌਰ 'ਤੇ ਫਰਕ ਪਏਗਾ, ਕਿਉਂਕਿ ਜਦੋਂ ਸਾਡਾ ਵਿਕਾਸ ਉਨਾ ਸਪੀਡ 'ਤੇ ਨਹੀਂ ਹੋਏਗਾ ਜਿੰਨਾ ਅਸੀਂ ਚਾਹੁੰਦੇ ਹਾਂ, ਤਾਂ ਇਹਦਾ ਮਤਲਬ ਸਰਕਾਰ ਦੇ ਕੋਲ ਪੈਸਾ, ਜਿਹੜਾ ਰੈਵਨਿਊ ਹੈ, ਜਿਹੜਾ ਮਾਲੀਆ ਅਰਜਤ ਹੋਣਾ, ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਘਟੇਗਾ। ਚਾਹੇ ਉਹ ਕਾਰਪੋਰੇਟ ਟੈਕਸ ਹੈ ਜਾਂ ਡਾਇਰੈਕਟ ਟੈਕਸ ਹੈ, ਲੋਕਾਂ ਦੀ ਜਿਹੜੀ ਸ਼ਕਤੀ ਹੈ ਚੀਜ਼ਾਂ ਖਰੀਦਣ ਦੀ, ਉਹ ਘਟੇਗੀ। ਜਦੋਂ ਰਿਵਰਸ ਗੇਅਰ 'ਤੇ ਸਾਰੀਆਂ ਚੀਜ਼ਾਂ ਚੱਲ ਰਹੀਆਂ, ਜਿਸ ਸਪੀਡ 'ਤੇ ਜਾਣੀਆਂ ਚਾਹੀਦੀਆਂ ਉਸ ਸਪੀਡ 'ਤੇ ਨਹੀਂ ਚੱਲ ਰਹੀਆਂ, ਤਾਂ ਸਰਕਾਰਾਂ ਕੋਲ ਮਾਲੀਆ ਘੱਟ ਇਕੱਠਾ ਹੁੰਦਾ। ਜਦੋਂ ਪੈਸਾ ਘੱਟ ਇਕੱਠਾ ਹੋਏਗਾ, ਸਰਕਾਰਾਂ ਦੀ ਜਿਹੜੀ ਸ਼ਕਤੀ ਹੈ ਪੈਸਾ ਖਰਚਣ ਦੀ, ਉਹ ਵੀ ਘੱਟ ਜਾਂਦੀ ਹੈ। ਸਰਕਾਰ ਨੂੰ ਉਸ ਵੇਲੇ ਫਿਰ ਜ਼ਿਆਦਾ ਬੋਰੋ ਕਰਨਾ ਪੈਂਦਾ। ਤਾਂ ਇਸ ਤਰੀਕੇ ਦੇ ਨਾਲ ਜਿਹੜੀਆਂ ਇੰਟਰਨੈਸ਼ਨਲ ਡਿਵੈਲਪਮੈਂਟਸ ਨੇ, ਉਹਨਾਂ ਦਾ ਕਿਸੇ ਵੀ ਅਰਥਚਾਰੇ ਦੇ ਉੱਤੇ ਫਰਕ ਪੈਂਦਾ, ਸਾਡੇ ਉੱਤੇ ਵੀ ਜ਼ਰੂਰ ਪਏਗਾ। ਔਰ ਮੈਨੂੰ ਲੱਗਦਾ ਵੀ ਇਸ ਬਜਟ ਨੇ, ਵਿੱਤ ਮੰਤਰੀ ਜੀ ਉਸ ਚੀਜ਼ ਨੂੰ ਬਿਲਕੁਲ ਲੈ ਕੇ ਚੱਲੇ ਹੋਣਗੇ ਆਪਣੇ ਜ਼ਿਹਨ ਦੇ ਵਿੱਚ ਵੀ ਹਾਂ, ਅਸੀਂ ਕਿਸ ਤਰੀਕੇ ਦੇ ਨਾਲ ਹੁਣ ਬਜਟ ਨੂੰ ਬਣਾਉਣਾ। ਇੱਕ ਹੋਰ ਰਿਪੋਰਟ ਦੀ ਗੱਲ ਕਰਦੇ ਹਾਂ ਸਰ, ਹਮੇਸ਼ਾ ਇਹ ਸੁਣਨ ਨੂੰ ਮਿਲਿਆ ਕਿ ਅਮੀਰ ਅਮੀਰ ਹੋ ਰਿਹਾ, ਹੋਰ ਤੇ ਗਰੀਬ ਗਰੀਬ ਹੋ ਰਿਹਾ। ਜੇ ਪੇਂਡੂ ਖੇਤਰ ਦੀ ਗੱਲ ਕਰੀਏ ਤੇ ਇਸ ਗੱਲ ਦੇ ਵਿੱਚ, ਇਸ ਫਰੇਜ਼ ਦੇ ਵਿੱਚ ਕਿੰਨੀ ਕੁ ਸੱਚਾਈ ਹੈ, ਤੇ ਇਸ ਡਿਸਪੈਰਿਟੀ ਦੀ ਵਜ੍ਹਾ ਕੀ ਹੈ, ਤੇ ਹੱਲ ਕੀ ਲੱਗਦਾ ਤੁਹਾਨੂੰ ਇਹਦਾ? ਤੁਹਾਡਾ ਬਹੁਤ ਅੱਛਾ ਸਵਾਲ ਹੈ। ਨਾਰਮਲੀ ਪ੍ਰੋਫੈਸਰ ਉਦੋਂ ਕਹਿੰਦੇ ਨੇ ਇਹ ਗੱਲ ਜਦੋਂ ਉਹਨਾਂ ਨੂੰ ਜਵਾਬ ਨਾ ਆਉਂਦਾ ਹੋਵੇ, ਪਰ ਮੈਨੂੰ ਇਹਦਾ ਜਵਾਬ ਆਉਂਦਾ ਹੈ। ਇੱਦਾਂ ਦੀ ਗੱਲ ਨਹੀਂ ਹੈ। ਦੇਖੋ, ਜਿਹੜਾ ਤੁਸੀਂ ਗੱਲ ਕੀਤੀ ਵੀ ਪੇਂਡੂ ਅਰਥਚਾਰਾ ਜਿਹੜਾ, ਉੱਥੋਂ ਇਨਇਕੁਐਲਿਟੀਜ਼ ਕਿੱਥੋਂ ਨਿਕਲ ਰਹੀਆਂ ਨੇ। ਇਨਇਕੁਐਲਿਟੀਜ਼ ਜਦੋਂ ਅਸੀਂ ਸਟੱਡੀ ਕਰਦੇ ਹਾਂ, ਜਿਹੜਾ ਪਾੜਾ ਹੈ
ਰਈਸ ਹੋ ਰਿਹਾ, ਗਰੀਬ ਹੋਰ ਗਰੀਬ ਹੋ ਰਿਹਾ। ਆਕਸਫੈਮ ਦੀ ਰਿਪੋਰਟ ਆਈ ਹੈ ਪਿਛਲੇ ਦਿਨਾਂ ਦੇ ਵਿੱਚ। ਉਸ ਤੋਂ ਪਹਿਲਾਂ ਸੰਸਾਰ ਬੈਂਕ ਨੇ ਇੱਕ ਰਿਪੋਰਟ ਉਹਨੇ ਜਾਰੀ ਕਰਕੇ ਕਿਹਾ ਵੀ ਵਰਲਡ ਦੇ ਵਿੱਚ 7.1 ਕਰੋੜ ਲੋਕ ਜਿਹੜੇ ਨੇ ਉਹ ਗਰੀਬੀ ਰੇਖਾ ਤੋਂ ਥੱਲੇ ਧੱਕੇ ਗਏ ਨੇ। ਉਹਦੇ 'ਚ 5.6 ਕਰੋੜ ਲੋਕ ਜਿਹੜੇ ਨੇ ਸਿਰਫ ਹਿੰਦੁਸਤਾਨ ਦੇ ਵਿੱਚੋਂ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਗਏ ਨੇ। ਆਕਸਫੈਮ ਦੀ ਰਿਪੋਰਟ ਕਹਿੰਦੀ ਹੈ ਵੀ ਜਿਹੜਾ 1% ਹਿੰਦੁਸਤਾਨ ਦਾ ਟੌਪ ਦਾ ਸਰਮਾਏਦਾਰ ਹੈ ਜਾਂ ਰਿਚੈਸਟ ਪਰਸਨੈਲਿਟੀਜ਼ ਨੇ ਹਿੰਦੁਸਤਾਨ ਦੀਆਂ, ਉਹਨਾਂ ਦੇ ਕੋਲ ਟੋਟਲ ਸੰਪत्ति ਦਾ 40.5% ਹੈ। ਤਾਂ ਜ਼ਰੂਰ ਕਿਤੇ ਨਾ ਕਿਤੇ ਪਾੜਾ ਜਿਹੜਾ ਹੈ ਅਮੀਰ ਦਾ ਔਰ ਗਰੀਬ ਦਾ ਸਾਡੇ ਸਾਹਮਣੇ ਹੈ। ਇਹ ਪਾੜਾ ਇੱਕ ਦਿਨ 'ਚ ਨਹੀਂ ਬਣ ਗਿਆ। ਇਹ ਲਗਾਤਾਰ ਜਿਹੜੇ ਸਾਡੇ ਤੇ ਅਟੈਕ ਹੋਏ ਹੈ, ਜਾਂ ਜੇ ਅਸੀਂ ਇਹ ਕਹੀਏ ਵੀ ਉਹ ਜਿਸ ਡਾਇਰੈਕਸ਼ਨ ਨੂੰ ਲੈ ਕੇ ਨੀਤੀਆਂ ਗਠਨ ਕੀਤੀਆਂ ਸੀ ਉਸ ਡਾਇਰੈਕਸ਼ਨ 'ਚ ਪ੍ਰੋਪਰਲੀ ਨਹੀਂ ਜਾ ਸਕੀਆਂ। ਜੇ ਅਸੀਂ ਡੀਮੋਨੇਟਾਈਜੇਸ਼ਨ ਦੀ ਗੱਲ ਕਰੀਏ, ਡੀਮੋਨੇਟਾਈਜੇਸ਼ਨ ਦਾ ਜਿਹੜੇ ਟਾਈਮ ਦੇ ਵਿੱਚ ਡੀਮੋਨੇਟਾਈਜੇਸ਼ਨ ਹੋਈ ਹੈ ਉਸ ਵੇਲੇ ਜਿਹੜੀ ਸੌਣੀ ਦੀਆਂ ਫਸਲਾਂ ਨੇ ਉਹ ਤਿਆਰ ਸੀਗੀਆਂ ਕੱਟ ਕੇ ਵਿਕਣ ਦੇ ਲਈ, ਤਾਂ ਉਸ ਵੇਲੇ ਪੈਸਾ ਨਹੀਂ ਮਿਲਿਆ। ਫਾਰਮਰਸ ਤੇ ਉਹ ਹਿੱਟ ਹੋਇਆ। ਫਾਰਮਰਸ ਦੀ ਫਸਲ ਖੜੀ ਤਬਾਹ ਹੋ ਗਈ, ਨਹੀਂ ਵਿਕ ਸਕੀ। ਜੇ ਅਸੀਂ GST ਦਾ ਇਸੇ ਤਰੀਕੇ ਦੇ ਨਾਲ ਗੱਲ ਕਰਦੇ, ਜੋ ਅਸੀਂ ਸੋਚਿਆ ਸੀ GST ਜਿਸ ਡਾਇਰੈਕਸ਼ਨ ਦੇ ਵਿੱਚ ਜਾਏਗਾ ਉਹਦੇ 'ਚ ਨਹੀਂ ਜਾ ਸਕਿਆ। GST ਦਾ ਹਿੱਟ ਜਿਹੜਾ ਲੱਗ ਗਿਆ ਉਹ ਛੋਟੀ ਜਿਹੜੀ ਸਨਅਤੀ ਖੇਤਰ ਹੈ, ਛੋਟੀਆਂ ਜਿਹੜੀਆਂ ਫੈਕਟਰੀਜ਼ ਨੇ, ਛੋਟੇ ਜਿਹੜੀਆਂ ਇਕਾਈਆਂ ਨੇ, ਉਹਨਾਂ ਦੇ ਉੱਤੇ ਜਾ ਕੇ ਲੱਗਾ। ਤੀਸਰਾ ਜਿਹੜਾ ਲੋਕ ਪ੍ਰਵਾਸ ਕਰ ਗਏ ਪਿੰਡਾਂ ਦੇ ਵਿੱਚੋਂ ਦੇ, ਪਿੰਡਾਂ ਵੱਲ ਨੂੰ, ਜਿਹੜਾ ਸ਼ਹਿਰਾਂ ਦੇ ਵਿੱਚੋਂ ਪ੍ਰਵਾਸ ਹੋ ਗਿਆ ਲੋਕਡਾਊਨ ਦੇ ਕਾਰਨ, ਜਿਹੜਾ ਅਸੀਂ ਸਭ ਨੇ ਦੇਖਿਆ ਬਈ ਕਰੋਨਾ ਦੇ ਕਰਕੇ ਲੋਕ ਜਿਹੜੇ ਪਿੰਡਾਂ 'ਚ ਚਲੇ ਗਏ, ਤਾਂ ਜ਼ਰੂਰ ਉੱਥੋਂ ਹੋਇਆ ਕੀ ਹੈ ਵੀ ਰਈਸ ਔਰ ਜਿਹੜਾ ਗਰੀਬ ਵਰਗ ਹੈ, ਇਹਨਾਂ ਦੋਨਾਂ ਦੇ ਵਿੱਚ ਇੱਕ ਪਾੜਾ ਜ਼ਰੂਰ ਵੱਧ ਗਿਆ। ਰਈਸ ਹੋਇਆ, ਗਰੀਬ ਹੋਰ ਗਰੀਬ ਹੋਇਆ। ਹੁਣ ਮਨਰੇਗਾ ਦੀਆਂ ਫਿਗਰਸ ਜਿਹੜੀਆਂ ਨੇ ਸਾਨੂੰ ਇਸ ਚੀਜ਼ ਦੇ ਬਾਰੇ ਬੜਾ ਕਲੈਰਿਟੀ ਦਾ ਦੱਸ ਦਿੰਦੀਆਂ। ਮਨਰੇਗਾ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਪਿੰਡਾਂ ਦੇ ਵਿੱਚੋਂ ਦੀ ਲੋਕ ਮਨਰੇਗਾ ਵੱਲ ਨੂੰ ਭੱਜ ਰਹੇ ਨੇ ਵੀ ਸਾਨੂੰ ਚਾਹੇ ਥੋੜ੍ਹੀਆਂ ਨੌਕਰੀਆਂ ਛੋਟੇ ਅਮਾਊਂਟ ਦੀ ਮਿਲ ਜਾਏ ਪਰ ਮਿਲੇ ਤਾਂ ਸਹੀ। ਉਹ ਲੋਕ ਜਿਹੜੇ ਨੇ ਛੋਟੇ ਅਮਾਊਂਟ ਦੇ ਲਈ ਵੀ ਬੈਠ ਕੇ ਨੌਕਰੀਆਂ ਲੈਣ ਦੇ ਲਈ ਤਿਆਰ ਹੈ। ਇਹਦਾ ਇੰਪੈਕਟ ਕੀ ਆਇਆ ਦੇਖੋ ਮੈਡਮ, ਜਿਹੜੀਆਂ ਚੀਜ਼ਾਂ ਰਈਸ ਬੰਦਿਆਂ ਦੇ ਲਈ ਹੈਗੀਆਂ ਨੇ, ਆਪਾਂ ਦੇਖ ਲਈਏ ਕਾਰਸ, ਵੱਡੀਆਂ ਕਾਰਾਂ ਜਿਹੜੀਆਂ ਨੇ, ਉਹ ਸਾਲ ਡੇਢ ਸਾਲ ਦੀ ਉਹਦੇ ਤੇ ਵੇਟਿੰਗ ਲਿਸਟ ਲੱਗੀ ਹੋਈ ਹੈ। ਜਦਕਿ 2 ਵੀਲਰ ਨੂੰ ਦੇਖੀਏ ਆਟੋਮੋਬਾਈਲ ਸੈਕਟਰ ਦੇ ਵਿੱਚ ਨਹੀਂ ਵਿਕ ਰਿਹਾ। ਛੋਟੇ ਮਕਾਨਾਂ ਨੂੰ ਦੇਖੀਏ ਅਸੀਂ, ਜਿਹੜੇ 30-35-40 ਲੱਖ ਵਾਲੇ ਸੀ, ਉਹ ਬੰਨੇ ਹੀ ਬੰਦ ਹੋ ਗਏ ਨੇ। ਰਿਪੋਰਟਸ ਇਹ ਨੇ ਵੀ ਜੋ ਅਸੀਂ ਪੁਰਾਣੇ ਟਾਈਮ ਦੇ ਨਾਲ ਉਹਨੂੰ ਕੰਪੇਅਰ ਕਰਦੇ, ਸਿਰਫ 20% ਮਕਾਨ ਵਿਕ ਰਹੇ ਨੇ, ਵੱਡੇ ਮਕਾਨ ਜਿਹੜੇ ਵਿਕ ਰਹੇ ਨੇ। ਇਸੇ ਤਰੀਕੇ ਦੇ ਨਾਲ ਜਿਹੜੇ ਮੋਬਾਈਲਸ ਨੇ, ਮੋਬਾਈਲ ਹੈਂਡਸੈਟਸ, ਉਹ ਜਿਹੜੇ 50,000 ਤੋਂ ਉੱਪਰ ਹੈ ਉਹ ਵਿਕ ਰਹੇ ਨੇ। 10,000 ਤੋਂ ਥੱਲੇ ਵਾਲੇ ਜਾਂ 25,000 ਤੋਂ ਥੱਲੇ ਵਾਲੇ ਹੈਂਡਸੈਟਸ ਵੀ ਨਹੀਂ ਵਿਕ ਰਹੇ। ਤਾਂ ਇਸ ਤਰੀਕੇ ਦੇ ਨਾਲ ਸਾਡਾ ਜਿਹੜਾ ਅਰਥਚਾਰਾ ਹੈ ਉਹ ਕੇ ਸ਼ੇਪ ਵੱਲ ਨੂੰ ਜਾ ਰਿਹਾ, ਕਿ ਇਹਦਾ ਮਤਲਬ ਹੈ ਵੀ ਰਈਸ ਹੋਰ ਰਈਸ ਹੁੰਦਾ ਜਾ ਰਿਹਾ, ਜਿਹੜਾ ਗਰੀਬ ਹੈ ਉਹ ਹੋਰ ਗਰੀਬੀ ਵੱਲ ਨੂੰ ਧੱਕਿਆ ਜਾ ਰਿਹਾ। ਤਾਂ ਇਹ ਇੰਪੈਕਟ ਜਿਹੜਾ ਹੈ ਇਹ ਪੇਂਡੂ ਖੇਤਰ 'ਚ ਆਇਆ। ਤਾਂ ਇਹਦਾ ਜਿਹੜਾ ਜਵਾਬ ਆਉਣਾ ਚਾਹੀਦਾ ਉਹ ਵੀ ਪੇਂਡੂ ਖੇਤਰ ਤੋਂ ਹੀ ਨਿਕਲ ਕੇ ਆਉਣਾ ਚਾਹੀਦਾ। ਮੈਨੂੰ ਲੱਗਦਾ ਵੀ ਜਿਹੜੀ ਮੈਂ ਗੱਲ ਕੀਤੀ ਹੈ ਕਿ ਕਿਸਾਨ ਸਨਮਾਨ ਨਿਧੀ ਵਾਸਤੇ ਵਿੱਤ ਮੰਤਰੀ ਜੀ ਜ਼ਰੂਰ ਕੋਈ ਨਾ ਕੋਈ ਉਪਰਾਲਾ ਕਰ ਰਹੇ ਹੋਣਗੇ, ਤਾਂ ਲੱਗਦਾ ਵੀ ਇੱਦਾਂ ਹੀ ਹੋਰ ਕਈ ਸਾਰੇ ਉਪਰਾਲੇ ਹੋ ਸਕਦਾ ਜੀ। ਇੰਸ਼ੋਰੈਂਸ ਦੇ ਵਿੱਚ ਹਜੇ ਤੱਕ ਇੰਸ਼ੋਰੈਂਸ ਜਿਹੜਾ ਫਸਲ ਬੀਮਾ ਹੁੰਦਾ ਸੀ, ਇਹ ਕੀ ਹੋ ਸਕਦਾ ਲਾਈਵ ਸਟਾਕ ਦਾ ਬੀਮਾ ਹੋ ਜਾਵੇ, ਜਿਨ੍ਹਾਂ ਦੇ ਕੋਲ ਆਪਣੇ ਡੰਗਰ ਨੇ, ਜਾਨਵਰ ਨੇ, ਉਹਨਾਂ ਦਾ ਬੀਮਾ ਸਰਕਾਰ ਕਰਵਾ ਦੇਵੇ। ਤਾਂ ਇੱਦਾਂ ਦੀ ਪੋਸੀਬਿਲਿਟੀਜ਼ ਬਣ ਰਹੀਆਂ। ਮੈਂ ਜਿਹੜੀ ਗੱਲ ਕਹੀ ਹੈ ਕਿ ਜੇ ਤੁਸੀਂ ਅਰੈਸਟ ਕਰਨਾ ਹੈ ਇਸ ਚੀਜ਼ ਨੂੰ, ਜਦੋਂ ਤੁਸੀਂ ਚਾਹੁੰਦੇ ਹੋ ਬਈ ਕਿਸੇ ਚੀਜ਼ ਦਾ ਕੇ ਸ਼ੇਪ ਜਿਹੜਾ ਬਣ ਗਿਆ, ਜਿਹੜਾ ਪਾੜਾ ਹੈ ਰਈਸ ਦਾ ਔਰ ਗਰੀਬਾਂ ਦਾ, ਉਹਨੂੰ ਜੇ ਤੁਸੀਂ ਨੱਪਣਾ ਚਾਹੁੰਦੇ ਹੋ, ਇਫ ਯੂ ਵਾਂਟ ਟੂ ਅਰੈਸਟ ਇਟ, ਤੁਹਾਨੂੰ ਉਸ ਤਰੀਕੇ ਦੇ ਕਦਮ ਚੁੱਕਣ ਦੀ ਲੋੜ ਹੈ, ਔਰ ਉਹ ਕਦਮ ਜਿਹੜੇ ਪਿੰਡਾਂ ਦੇ ਵਿੱਚੋਂ ਦੀ ਹੀ ਨਿਕਲਣਗੇ। ਸਰ, ਮੈਂ ਦੇਖ ਰਹੀ ਸੀ ਇੰਟਰੈਕਸ਼ਨ ਤੋਂ ਪਹਿਲਾਂ ਤੁਸੀਂ ਕਾਫੀ ਕੁਝ ਪੜ੍ਹ ਰਹੇ ਸੀਗੇ, ਕੁਝ ਰਿਪੋਰਟਸ ਤੇ ਇਕਨੋਮਿਕਸ ਸਰਵੇ ਤੁਸੀਂ ਪੜ੍ਹ ਰਹੇ ਸੀਗੇ, ਤੇ ਉਸ ਦੇ ਵਿੱਚ ਜਿਹੜਾ UPI ਤੇ ਡਿਜੀਟਲਾਈਜੇਸ਼ਨ ਦਾ ਜ਼ਿਕਰ ਕਾਫੀ ਵਾਰ ਆਇਆ। ਇਸ ਤੋਂ ਕੋਈ ਭਾਵ ਹੈ ਸਰ? ਦੇਖੋ, ਜਿਹੜਾ ਇਕਨੋਮਿਕ ਸਰਵੇ ਹੈ, ਮੈਂ ਹਾਲਾਂਕਿ ਹਜੇ ਤਾਂ ਪੇਸ਼ ਹੋ ਰਿਹਾ, ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਾਂ ਹਜੇ ਉੱਥੇ ਪੇਸ਼ ਹੋ ਰਿਹਾ, ਪਰ ਜੋ ਮੁੱਢਲੇ ਤੌਰ ਤੇ ਸਾਨੂੰ ਨਜ਼ਰ ਆ ਰਿਹਾ ਹੈ ਉਹ ਇੱਦਾਂ ਲੱਗਦਾ ਵੀ ਸਰਵਿਸਿਜ਼ ਵੱਲ ਨੂੰ ਫਿਰ ਤੋਂ ਜ਼ਿਆਦਾ ਫੋਕਸ ਹੈਗਾ ਸਰਕਾਰ ਦਾ, ਜਾਂ
ਜਿਹੜਾ UPI ਜਿਹੜੀਆਂ ਫਿਨਟੈਕ ਕੰਪਨੀਜ਼ ਹੈ ਉਹਨਾਂ ਦੇ ਵੱਲ ਨੂੰ ਸਰਕਾਰ ਦਾ ਫੋਕਸ ਜ਼ਿਆਦਾ ਹੋਣ ਜਾ ਰਿਹਾ ਬਿਕੋਜ਼ ਹੁਣੇ ਇੱਕ ਰਿਪੋਰਟ ਜਿਹੜੀ ਮੋਬਾਈਲ ਤੇ ਅਸੀਂ ਦੇਖ ਰਹੇ ਸੀ ਜਦੋਂ ਉੱਥੇ ਪੇਸ਼ ਹੋ ਰਹੀ ਹੈ ਉਹਦੇ 'ਚ ਜ਼ਿਕਰ ਇਹ ਹੋਇਆ ਕਿ ਸਰਕਾਰ ਜਿਹੜੀ ਫਿਨਟੈਕ ਕੰਪਨੀਜ਼ ਜਿਹੜੀ ਫਾਈਨੈਂਸ਼ੀਅਲ ਟੈਕਨੋਲੋਜੀ ਦੇ ਨਾਲ ਚੱਲਦੀਆਂ ਕੰਪਨੀਜ਼ ਜਿੱਦਾਂ ਸਾਡਾ Paytm ਔਰ ਫੋਨਪੇ ਜਾਂ ਜਿਹੜੀ UPI ਪੇਮੈਂਟਸ ਦੇ ਜਿਹੜੇ ਗੇਟਵੇਜ਼ ਨੇ ਉਹਨਾਂ ਵੱਲ ਨੂੰ ਜਾਂ ਸਰਵਿਸਿਜ਼ ਸੈਕਟਰ ਸਟਾਰਟਅਪਸ ਇਹਨਾਂ ਵੱਲ ਨੂੰ ਸਰਕਾਰ ਲੱਗਦਾ ਮੁੜ ਕੇ ਫੋਕਸ ਹੋ ਰਹੀ ਹੈ ਜਾਂ ਇਹਨਾਂ ਦੇ ਉੱਤੇ ਜ਼ਿਆਦਾ ਕਿਉਂਕਿ ਨੌਕਰੀਆਂ ਵੀ ਜੇ ਅਸੀਂ ਦੇਖਦੇ ਹਾਂ ਨਾ ਮੈਡਮ ਤਾਂ ਪਿਛਲੇ ਦਿਨਾਂ ਦੇ ਵਿੱਚ ਇਹ ਸੈਕਟਰ ਨੂੰ ਅਸੀਂ ਇੱਦਾਂ ਉਚਾਰਿਆ ਸੀਗਾ 2014-15 ਤੋਂ ਬਾਅਦ ਵੀ ਇੱਕ ਕ੍ਰਾਂਤੀ ਹੈ ਜੀ ਉਹ ਕ੍ਰਾਂਤੀ ਪਰ ਛੇਤੀ ਹੀ ਫੇਲ ਹੁੰਦੀ ਨਜ਼ਰ ਆਈ ਸਾਡੀਆਂ ਜਿਸ ਤਰੀਕੇ ਦੇ ਨਾਲ ਨੌਕਰੀਆਂ ਗਈਆਂ ਜੋ ਮੈਨੂੰ ਪਤਾ ਵੀ 25,000 ਨੌਕਰੀਆਂ ਸੀ ਇੱਕ ਸਾਲ ਦੇ ਵਿੱਚ ਸਟਾਰਟਅਪਸ ਦੇ ਵਿੱਚੋਂ ਜਾਂਦੀਆਂ ਦੇਖੀਆਂ ਬਾਈਜੂਸ ਵਰਗਾ ਸਟਾਰਟਅਪ ਉਸ ਵੇਲੇ ਫੇਲ ਹੋਇਆ ਜਦੋਂ ਕਿ ਕਰੋਨਾ ਦੇ ਵਿੱਚ ਸਭ ਤੋਂ ਭਾਰੀ ਉਸ ਦੀ ਡਿਮਾਂਡ ਸੀ ਬਿਲਕੁਲ ਉਹਦੇ ਹੀ ਉਹ ਅੰਕੜੇ ਨਹੀਂ ਦੇ ਸਕਿਆ ਆਪਣੇ ਪ੍ਰੋਫਿਟਸ ਦੇ ਤਾਂ ਹੋ ਸਕਦਾ ਸਰਕਾਰ ਇਹਨੂੰ ਕੰਸੋਲੀਡੇਟ ਕਰਨ ਦੀ ਕੋਸ਼ਿਸ਼ ਕਰ ਰਹੀ ਹੋ ਸਰ ਆਮ ਲੋਕਾਂ ਦਾ ਜੋ ਸਵਾਲ ਹੈਗਾ ਕਿ ਸਮਾਜ ਦਾ ਕਿਹੜਾ ਇਹੋ ਜਿਹਾ ਵਰਗ ਹੈ ਜਿਸ ਨੂੰ ਇਸ ਬਜਟ ਤੋਂ ਜਦੋਂ ਪੇਸ਼ ਹੋਊਗਾ ਸਭ ਤੋਂ ਵੱਧ ਰਿਆਇਤ ਮਿਲ ਸਕਦੀ ਦੇਖੋ ਜੀ ਸਰਕਾਰ ਇਸ ਬਜਟ ਦੇ ਵਿੱਚ ਹਰੇਕ ਨੂੰ ਟੱਚ ਕਰੇਗੀ ਮੈਂ ਜਿਹੜੀ ਗੱਲ ਆਪਾਂ ਕੀਤੀ ਹੈ ਵੀ ਕਿਉਂਕਿ ਆਖਰੀ ਬਜਟ ਹੈ ਹਰ ਵਰਗ ਨੂੰ ਖੁਸ਼ ਕਰਨ ਦੇ ਲਈ ਸਰਕਾਰ ਨੂੰ ਯੋਜਨਾਬੰਦੀ ਬਣਾਉਣੀ ਪਏਗੀ ਤੇ ਸਰਕਾਰ ਨੇ ਉਹ ਕੀਤਾ ਵੀ ਹੋਣਾ ਮਿਡਲ ਕਲਾਸ ਦੇ ਬਾਰੇ ਮੈਂ ਥੋੜਾ ਕਿਉਂ ਆਪ ਅਸੀਂ ਮਿਡਲ ਕਲਾਸ ਦੇ ਵਿੱਚੋਂ ਆਉਂਦੇ ਔਰ ਸੈਲਰੀਡ ਕਲਾਸ ਦੇ ਵਿੱਚੋਂ ਆਉਂਦੇ ਤਾਂ ਇਦਾਂ ਲੱਗਦਾ ਵੀ ਇਹਨਾਂ ਨੂੰ ਕੁਝ ਮਿਲਿਆ ਨਹੀਂ 10 ਸਾਲਾਂ ਤੋਂ ਤਾਂ ਹੋ ਸਕਦਾ ਸਰਕਾਰ ਜਿਹੜੀ ਟੈਕਸ ਸਲੈਬਸ ਦੇ ਵਿੱਚ ਕੋਈ ਲਿਮਿਟ ਦੇ ਦੇਵੇ ਸੀਨੀਅਰ ਸਿਟੀਜ਼ਨਸ ਨੂੰ ਦੇਖੋ ਇੱਕ ਹੋਰ ਵੀ ਜੇ ਅਸੀਂ ਥੋੜਾ ਜਿਹਾ ਹੋਰ ਇਹਦੇ 'ਚ ਇਹਦੀ ਪੜਚੋਲ ਕਰਦੇ ਹਾਂ ਵਿਆਜ ਵਧੇ ਅਸੀਂ ਸਾਰਿਆਂ ਨੇ ਦੇਖਿਆ ਵੀ ਮਹਿੰਗਾਈ ਨੂੰ ਕਾਬੂ ਕਰਨ ਦੇ ਲਈ ਅਮਰੀਕਾ ਤੋਂ ਲੈ ਕੇ ਹਿੰਦੁਸਤਾਨ ਤੱਕ ਹਰ ਮੁਲਕ ਨੇ ਵਿਆਜ ਵਧਾਏ ਆ ਜਦੋਂ ਹੁਣ ਵਿਆਜ ਵਧੇ ਆ ਤਾਂ ਜਿਹੜਾ ਬੰਦਾ 10,000 ਰੁਪਈਆ ਰੱਖਦਾ ਸੀ ਉਹਨੂੰ ਪਹਿਲਾਂ 4% ਤੇ ਵਿਆਜ ਦੇ ਉਹਨੂੰ ਮਿਲਦਾ ਸੀ ਵਿਆਜ ਜਿਹੜਾ ਰੇਟ ਆਫ ਇੰਟਰਸਟ ਤੇ ਉਹਦੀ ਜਿਹੜੀ ਆਮਦਨ ਹੁੰਦੀ ਸੀ ਵਿਆਜ ਤੋਂ ਹੁਣ ਜੇ ਉਹ 6% ਤੇ ਜਾ ਰਹੀ ਹੈ ਇਹਦਾ ਮਤਲਬ ਉਹਨੂੰ ਕੁਝ ਪੈਸੇ ਜ਼ਿਆਦਾ ਮਿਲਣਗੇ 100-200 ਰੁਪਈਏ ਉਹਨੂੰ ਜ਼ਿਆਦਾ ਮਿਲਣਗੇ ਤਾਂ ਇਸ ਡਾਇਰੈਕਸ਼ਨ ਦੇ ਵਿੱਚ ਸਰਕਾਰ ਨੂੰ ਜ਼ਰੂਰ ਕੋਈ ਨਾ ਕੋਈ ਜਿਹੜੀ ਬੈਂਕਾਂ ਤੋਂ ਸਾਡੀ ਇਨਕਮ ਹੋ ਰਹੀ ਹੈ 10,000 ਰੁਪਈਏ ਦੀ ਹੈ ਇਸ ਵੇਲੇ ਲਿਮਿਟ ਜਿਹੜੀ ਜੀ ਉਹ ਵਧਾਉਣੀ ਪਏਗੀ ਵਿਆਜ ਦੇ ਨਾਲ ਹਰ ਬੰਦੇ ਨੂੰ ਕਿਤੇ ਨਾ ਕਿਤੇ ਜਿਹਨੇ ਬੈਂਕਾਂ 'ਚ ਪੈਸਾ ਰੱਖਿਆ ਉਹਨੂੰ ਵਿਆਜ ਦੇ ਨਾਲ ਆਮਦਨ ਜ਼ਿਆਦਾ ਹੋਏਗੀ ਤਾਂ ਇਹ ਨਾ ਹੋਵੇ ਉਹ ਆਮਦਨ ਜਿਹੜੀ ਟੈਕਸਾਂ ਦੇ ਵਿੱਚ ਹੀ ਨਿਕਲ ਜਾਵੇ ਤਾਂ ਸਰਕਾਰ ਨੂੰ ਉਹ ਵਧਾਉਣ ਦੀ ਲੱਗਦਾ ਵੀ ਕੋਸ਼ਿਸ਼ ਕਰਨੀ ਪਏਗੀ ਔਰ ਸਰਕਾਰ ਕਰੇਗੀ ਵੀ ਦੂਸਰਾ ਸੀਨੀਅਰ ਸਿਟੀਜ਼ਨਸ ਦੇ ਲਈ ਉਹਨਾਂ ਦੇ ਲਈ ਦੋ ਪੱਖੋਂ ਦੀ ਰਿਕੁਆਇਰਮੈਂਟ ਹੈ ਵੀ ਔਰ ਸਰਕਾਰ ਜ਼ਰੂਰ ਕਰੇਗੀ ਮੈਨੂੰ ਬਹੁਤ ਉਮੀਦ ਹੈ ਇਸ ਚੀਜ਼ ਤੋਂ ਪਹਿਲੀ ਚੀਜ਼ ਜਿਹੜੀ ਹੈ ਵੀ ਉਹਨਾਂ ਦਾ 50,000 ਦੀ ਸੀ ਉਹਨਾਂ ਦੀ ਲਿਮਿਟ ਉਹਨੂੰ ਹੋ ਸਕਦਾ ਬੈਂਕਾਂ ਤੋਂ ਜਿਹੜਾ ਉਹ ਉਹਨਾਂ ਨੂੰ ਵਿਆਜ ਮਿਲ ਸਕਦਾ ਕਿਉਂਕਿ ਉਹਨਾਂ ਦਾ ਸਾਰਾ ਪ੍ਰੋਵੀਡੈਂਟ ਫੰਡ ਗ੍ਰੈਚੁਇਟੀ ਜੋ ਉਹਨਾਂ ਦੀ ਉਮਰ ਭਰ ਦੀ ਪੂੰਜੀ ਆ ਉਹਦੇ ਬੈਂਕਾਂ 'ਚ ਪਈ ਹੁੰਦੀ ਹੈ ਤਾਂ ਉਹਦੇ ਤੇ 50,000 ਤੱਕ ਦੀ ਐਗਜ਼ੰਪਸ਼ਨ ਹੈ ਹੋ ਸਕਦਾ ਸਰਕਾਰ ਉਹਨੂੰ 75,000 ਤੱਕ ਲੈ ਜਾਵੇ ਵਿਆਜ ਕਿਉਂਕਿ ਵਧੇ ਨੇ ਤੇ ਉਹਨਾਂ ਨੂੰ ਤਾਂ ਹੀ ਫਾਇਦਾ ਵੀ ਉਹਨਾਂ ਨੂੰ ਤਾਂ ਹੀ ਹੋਣਾ ਨਹੀਂ ਤਾਂ ਉਹਨਾਂ ਨੂੰ ਨੁਕਸਾਨ ਹੋ ਜਾਏਗਾ ਜੇ ਉਸ ਤੋਂ ਥੱਲੇ ਰਹਿ ਜਾਂਦਾ ਔਰ ਦੂਸਰੀ ਚੀਜ਼ ਜਿਹੜੀ ਹੈ ਉਹਨਾਂ ਦੀ ਸਿਹਤ ਦੇ ਬਾਰੇ ਉਹਨਾਂ ਦੀ ਇੰਸ਼ੋਰੈਂਸ ਦੇ ਬਾਰੇ ਵੀ ਸਰਕਾਰ ਕੁਛ ਨਾ ਕੁਛ ਜ਼ਰੂਰ ਕਰ ਰਹੀ ਹੋਏਗੀ ਉਹਨਾਂ ਦਾ ਜ਼ਿਆਦਾ ਖਰਚਾ ਜਿਹੜਾ ਸੁਪਰ ਸੀਨੀਅਰ ਸਿਟੀਜ਼ਨਸ ਜਿਹੜੇ 80 ਸਾਲ ਤੋਂ ਉੱਪਰ ਵਾਲੇ ਨੇ ਉਹਨਾਂ ਦੇ ਉੱਤੇ ਜਿਹੜਾ ਉਹਨਾਂ ਦਾ ਇਲਾਜ ਦੇ ਉੱਤੇ ਖਰਚਾ ਜਿਹੜਾ ਉਹ ਜ਼ਿਆਦਾ ਵੀ ਹੁੰਦਾ ਤਾਂ ਮੈਨੂੰ ਲੱਗਦਾ ਵੀ ਉਹਦੇ ਬਾਰੇ ਵੀ ਸਰਕਾਰ ਜ਼ਰੂਰ ਸੋਚਦੀ ਹੋਏਗੀ ਨਟਸ਼ੈਲ ਇਹ ਜਿਹੜਾ ਖੇਤਰ ਹੈ ਸੈਲਰੀਡ ਔਰ ਜਿਹੜਾ ਬਜ਼ੁਰਗ ਔਰ ਜਿਨ੍ਹਾਂ ਦੀਆਂ ਪੈਸਾ ਜਿਹੜਾ ਹੈ ਬੈਂਕਾਂ ਦੇ ਵਿੱਚੋਂ ਆਉਂਦਾ ਉਹਨਾਂ ਦੇ ਬਾਰੇ ਜ਼ਰੂਰ ਸਰਕਾਰ ਸੋਚ ਰਹੀ ਕੀ ਕੁਝ ਹੋਣਾ ਚਾਹੀਦਾ ਸਰ ਤੇ ਕੀ ਕੁਝ ਉਮੀਦਾਂ ਨੇ ਇਹਦੀ ਗੱਲ ਤਾਂ ਅਸੀਂ ਕਰ ਲਈ ਆਖਰੀ ਸਵਾਲ ਵਿੱਤ ਮੰਤਰੀ ਅੱਗੇ ਹੁਣ ਕੀ ਕੁਝ ਚੁਣੌਤੀਆਂ ਨੇ ਜੇ ਅਸੀਂ ਖਰਚੇ ਤੇ ਫੰਡ ਰੇਜ਼ਿੰਗ ਦੀ ਗੱਲ ਕਰੀਏ ਤੇ ਇਹ ਬਹੁਤ ਇੰਪੋਰਟੈਂਟ ਸਵਾਲ ਹੈ ਜੀ ਮੈਂ ਬਹੁਤ ਇਹਨੂੰ ਸ਼ੁਰੂਆਤੀ ਤੌਰ ਤੇ ਸੋਚ ਰਿਹਾ ਸੀ ਵੀ ਇਹ ਸਵਾਲ ਮੇਰੇ ਤੋਂ ਪੁੱਛਿਆ ਜਾਏਗਾ ਅਖੀਰ ਦੇ ਵਿੱਚ ਪਰ ਤੁਸੀਂ ਟੱਚ ਜ਼ਰੂਰ ਕੀਤਾ ਦੇਖੋ ਵਿੱਤ ਮੰਤਰੀ ਜੀ 3.25 ਲੱਖ ਕਰੋੜ ਰੁਪਏ ਦੇ ਲਈ ਹੁਣੇ ਉਹਨਾਂ ਨੇ ਮਨਜ਼ੂਰੀ ਲਿੱਤੀ ਹੈ ਪਾਰਲੀਮੈਂਟ ਤੋਂ ਇਸ ਤੋਂ ਪਿਛਲਾ ਜਿਹੜਾ ਸੈਸ਼ਨ ਹੋਇਆ ਜਿਹੜਾ ਵਿੰਟਰ ਸੈਸ਼ਨ ਸੀ ਨਵੰਬਰ ਦਸੰਬਰ ਦੇ ਵਿੱਚ ਉਹਦੇ 'ਚ ਉਹਨਾਂ ਨੇ ਕਿਹਾ ਵੀ ਸਾਡਾ 80 ਕਰੋੜ ਲੋਕਾਂ ਨੂੰ ਜਿਹੜਾ ਅਸੀਂ ਫ੍ਰੀ ਰਾਸ਼ਨ ਜਿਹੜਾ ਮੁਹੱਈਆ ਕਰਵਾ ਰਹੇ ਹਾਂ ਜਾਂ ਜਿਹੜਾ ਪੈਟਰੋਲ ਡੀਜ਼ਲ ਦੇ ਸਬਸਿਡੀ ਦੇ ਤੌਰ ਤੇ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਜਾਂ ਫਰਟੀਲਾਈਜ਼ਰ ਦੀ ਜਿਹੜੀ ਸਬਸਿਡੀ ਹੈ ਰੂਸ ਯੂਕਰੇਨ ਜੰਗ ਦੇ ਕਾਰਨ ਜਿਹੜੀ ਵੱਧ ਗਈ ਹੈ
ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਾਡੇ ਕੋਲ ਸਰਕਾਰ ਦੇ ਕੋਲ 3.5 ਲੱਖ ਕਰੋੜ ਰੁਪਏ ਦੀ ਸ਼ਾਰਟੇਜ ਹੋ ਗਈ ਹੈ। ਪਿਛਲਾ ਬਜਟ ਜਿਹੜਾ ਸੀ 39,45,000 ਕਰੋੜ ਦਾ ਬਣਿਆ ਸੀ। ਜੇ ਅਸੀਂ 3.5 ਲੱਖ ਕਰੋੜ ਰੁਪਈਆ ਉਹਦੇ 'ਚ ਹੋਰ ਜੋੜ ਲੈਂਦੇ ਹਾਂ ਤਾਂ ਪਿਛਲੇ ਬਜਟ ਜਿਹੜਾ ਹੈ ਉਹਦਾ ਖਰਚਾ ਜਿਹੜਾ ਉਹ 43 ਲੱਖ ਕਰੋੜ ਦੇ ਲਾਗੇ ਪਹੁੰਚ ਜਾਂਦਾ। ਤਾਂ ਕਿਤੇ ਨਾ ਕਿਤੇ ਸਰਕਾਰ ਦਾ ਹੱਥ ਜਿਹੜਾ ਜ਼ਰੂਰ ਘੁੱਟਿਆ ਜਾਂਦਾ ਹੈ ਇਸ ਵਾਰ ਵਾਸਤੇ, ਬਿਕੋਜ਼ ਪਿਛਲੇ ਖਰਚੇ ਜਿਹੜੇ ਨੇ ਉਹ ਸਾਹਮਣੇ ਆ ਕੇ ਗਿਰਨਗੇ ਸਰਕਾਰ ਦੇ ਲਈ। ਤਾਂ ਅਸੀਂ ਦੇਖਿਆ ਵੀ ਇਹ ਸਰਕਾਰ ਨੇ ਜਿਹੜੀ ਗਰੀਬ ਪ੍ਰਾਈਮ ਮਿਨਿਸਟਰ ਗਰੀਬ ਕਲਿਆਣ ਅੰਨ ਯੋਜਨਾ ਜਿਹੜੀ ਹੈਗੀ ਹੈ ਉਹਨੂੰ ਮਰਜ ਕਰਤਾ ਫੂਡ ਸਿਕਿਉਰਿਟੀ ਐਕਟ ਦੇ ਵਿੱਚ। ਉਸ ਯੋਜਨਾ ਦੇ ਵਿੱਚ ਵੀ ਸਰਕਾਰ ਉਹਨੂੰ ਹੁਣ 80 ਕਰੋੜ ਲੋਕਾਂ ਨੂੰ ਸਿੱਧੇ ਤੌਰ ਤੇ ਨਹੀਂ ਦੇ ਸਕਦੀ ਜਿਹੜਾ ਜਿਹੜਾ ਰਾਸ਼ਨ ਹੈ। ਤਾਂ ਇੱਦਾਂ ਸਰਕਾਰ ਹੱਥ ਘੁੱਟਣ ਦੀ ਜ਼ਰੂਰ ਕੋਸ਼ਿਸ਼ ਕਰੇਗੀ। ਦੂਸਰੀ ਚੀਜ਼ ਇਹਦੇ ਨਾਲ ਜਿਹੜੀ ਰਲਦੀ ਹੈ ਜੁੜਦੀ ਹੈ ਉਹ ਇਹ ਹੈ ਵੀ ਜੇ ਸਰਕਾਰ ਹੁਣ ਬੋਰੋ ਕਰਦੀ ਹੈ, ਆਖਿਰ 3.5 ਲੱਖ ਕਰੋੜ ਰੁਪਏ ਸਰਕਾਰ ਨੂੰ ਵੀ ਕਿਤੋਂ ਨਾ ਕਿਤੋਂ ਤਾਂ ਅਰੇਂਜ ਕਰਨਾ ਹੈ ਨਾ ਜੀ। ਉਹ ਕਿੱਥੇ ਜਾਏਗੀ? ਉਹਦੇ ਦੋ ਤਰੀਕੇ ਹੈ, ਜਾਂ ਤਾਂ ਲੋਕਾਂ ਤੇ ਟੈਕਸ ਲਾਏਗੀ ਜਾਂ ਸਰਕਾਰ ਜਿਹੜਾ ਉਦੋਂ ਬੋਰੋ ਕਰੇਗੀ। ਜੇ ਸਰਕਾਰ ਲੋਕਾਂ ਤੇ ਟੈਕਸ ਲਾਉਂਦੀ ਹੈ ਤਾਂ ਇਹ ਜਿਹੜਾ ਲੋਕ ਪੱਖੀ ਬਜਟ ਨਹੀਂ ਬਣ ਸਕਦਾ, ਪੋਪੂਲਿਸਟ ਬਜਟ ਨਹੀਂ ਬਣ ਸਕਦਾ ਇਲੈਕਸ਼ਨਾਂ ਤੋਂ ਪਹਿਲਾਂ ਜੀ। ਇਸ ਕਰਕੇ ਫਿਰ ਦੂਸਰੀ ਗੱਲ ਆਉਂਦੀ ਕਿ ਸਰਕਾਰ ਬੋਰੋ ਕਰੇਗੀ। ਜੇ ਸਰਕਾਰ ਬੋਰੋ ਕਰਨ ਜਾਂਦੀ ਤਾਂ ਆਲਰੇਡੀ ਸਰਕਾਰ ਦੀਆਂ ਬੋਰੋਇੰਗਸ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ 155 ਲੱਖ ਕਰੋੜ ਰੁਪਏ ਦੀਆਂ ਬੋਰੋਇੰਗਸ ਜਿਹੜੀਆਂ ਨੇ, ਇੰਨੇ ਕਰਜ਼ੇ ਸਰਕਾਰ ਲੈ ਚੁੱਕੀ ਹੈ। ਔਰ ਜੋ ਵਿਰੋਧੀ ਧਿਰ ਨੇ ਉਹ ਸਰਕਾਰ ਦੇ ਉੱਤੇ ਅਟੈਕ ਕਰਦੇ ਨੇ ਵੀ 2014 ਤੋਂ ਲੈ ਕੇ ਹੁਣ ਤੱਕ 22-23 ਤੱਕ ਸਰਕਾਰ ਨੇ 100 ਲੱਖ ਕਰੋੜ ਦਾ ਕਰਜ਼ਾ ਲੈ ਲਿਆ। ਤਾਂ ਜੇ ਹੁਣ ਫਿਰ ਸਰਕਾਰ ਕਰਜ਼ੇ ਲੈਣ ਜਾਏਗੀ, ਵਿਰੋਧੀ ਧਿਰਾਂ ਨੂੰ ਫਿਰ ਮੌਕਾ ਮਿਲੇਗਾ ਸਰਕਾਰ ਦੇ ਉੱਤੇ ਅਟੈਕ ਕਰਨ ਦਾ। ਤਾਂ ਇਹ ਮੈਨੂੰ ਲੱਗਦਾ ਵੀ ਚੈਲੰਜ ਹੈ ਸਰਕਾਰ ਦੇ ਲਈ ਕਿਤੇ ਨਾ ਕਿਤੇ। ਸੋ ਬਹੁਤ-ਬਹੁਤ ਧੰਨਵਾਦ ਤੁਹਾਡਾ ਸਰ ਸਾਡੇ ਨਾਲ ਜੁੜਨ ਲਈ। ਉਮੀਦ ਕਰਦੇ ਹਾਂ ਜਿਹੜਾ ਸੈਸ਼ਨ ਹੈ ਇਹਦੇ ਨਾਲ ਵਿਊਅਰਸ ਨੂੰ ਮਦਦ ਮਿਲੂਗੀ ਕਿ ਉਹ ਸਿਨੈਰੀਓ ਸਮਝ ਸਕਣ। ਬਾਕੀ ਸਾਰੇ ਡਾਊਟਸ ਤਾਂ ਉਹਨਾਂ ਦੇ ਕੱਲ ਕਲੀਅਰ ਹੋ ਹੀ ਜਾਣੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਸੋ ਜੀ ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਹੋਰ ਅਹਿਮ ਮੁੱਦੇ ਦੇ ਨਾਲ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ, ਦੇਖਦੇ ਰਹੋ ਪੰਜਾਬ ਟੁਡੇ। ਸਤਿ ਸ਼੍ਰੀ ਅਕਾਲ।